ਆਪਾਂ ਗੱਲਾਂ ਲੈਂਦੇ ਹਾਂ ਸਰਬੰਸ ਦਾਨ ਦੀ। ਸਭ ਤੋਂ ਪਹਿਲਾਂ ਉਹ ਆਪਾਂ ਗੱਲ ਕਰ ਚੁੱਕੇ ਹਾਂ। ਫਿਰ ਉਹਨਾਂ ਨੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਤੇ ਦਮਦਮਾ ਸਾਹਿਬ ਮੁਕਤਸਰ ਦੀ ਜੰਗ ਜਿਹੜੀ ਅਸੀਂ ਕੱਲ ਨੂੰ ਮਾਘੀ ਮਨਾ ਰਹੇ ਹਾਂ ਜੀ, ਇਸ ਤੋਂ ਬਾਅਦ ਉਹ ਚਲੇ ਗਏ ਦਮਦਮਾ ਸਾਹਿਬ। ਉੱਥੇ ਜਾ ਕੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਸੰਪਾਦਨਾ ਕੀਤੀ। ਭਾਈ ਮਨੀ ਸਿੰਘ ਨੂੰ ਲਿਖਾਇਆ, ਬਾਬਾ ਦੀਪ ਸਿੰਘ ਨੂੰ ਉਹਨਾਂ ਦਾ ਮੁੱਖ ਸੇਵਾਦਾਰ ਥਾਪਿਆ। ਔਰ ਹਜ਼ੂਰ ਸਾਹਿਬ ਜਦੋਂ ਗਏ ਤਾਂ ਉਹਨਾਂ ਨੇ ਦੇਹਧਾਰੀ ਗੁਰੂ ਦੀ ਪਰੰਪਰਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਦੋਂ ਦੇਹਧਾਰੀ ਆਉਣਗੇ ਉਦੋਂ ਆਪਣੀਆਂ ਗੱਦੀਆਂ ਪਿੱਛੇ ਇਹਨਾਂ ਨੇ ਲੜਨਾ ਮਰਨਾ, ਤਾਂ ਉਹਨਾਂ ਨੇ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਤੋਂ ਬਾਣੀ ਚੱਲੀ ਆਈ ਸੀ ਦਸੇ ਗੁਰੂ ਸਾਹਿਬਾਨ ਵੇਲੇ, ਉਸ ਸ਼ਬਦ ਗੁਰੂ ਨੂੰ ਗੁਰੂ ਦੀ ਸਥਾਪਨਾ ਕੀਤੀ। ਸ਼ਬਦ ਗੁਰੂ ਦੀ ਕਹਿਣ ਦਾ ਮਤਲਬ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਵਿੱਚ ਗੁਰਬਾਣੀ ਹੈ, ਗੁਰੂਆਂ ਵੱਲੋਂ ਜੀਵਨ ਜਾਚ ਦੱਸੀ ਗਈ ਹੈ, ਗੁਰੂਆਂ ਵੱਲੋਂ ਜੋ ਜੀਵਨ ਸੇਧ ਦਿੱਤੀ ਗਈ ਹੈ, ਉਸ ਦੇ ਲੜ ਉਹਨਾਂ ਨੇ ਕੌਮ ਨੂੰ ਲਾਇਆ। ਕਿੱਡੀ ਵੱਡੀ ਉਹਨਾਂ ਦੀ ਦੇਣ ਮੰਨੀ ਜਾ ਸਕਦੀ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਰੈੱਡ ਕਰਾਸ ਦੇ ਫੋਰਰਨਰ ਵੀ ਬਣੇ। ਰੈੱਡ ਕਰਾਸ ਤੁਹਾਨੂੰ ਪਤਾ 1701 ਦੀ ਲੜਾਈ ਹੋ ਰਹੀ ਸੀ ਅਨੰਦਪੁਰ ਸਾਹਿਬ ਦੀ। ਭਾਈ ਕਨ੍ਹਈਆ ਜੀ ਪਾਣੀ ਦੀ ਸੇਵਾ ਕਰ ਰਹੇ ਸੀ। ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਦੇ ਸਿਧਾਂਤ ਨਾਲ, ਸਿੱਖੀ ਦਾ ਸਿਧਾਂਤ ਹੈ। ਤਾਂ ਕੁਝ ਸਿਪਾਹੀਆਂ ਨੇ ਆ ਕੇ, ਸਿੱਖ ਸਿਪਾਹੀਆਂ ਨੇ, ਸਿੱਖ ਯੋਧਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਇਤਰਾਜ਼ ਕੀਤਾ ਕਿ ਅਸੀਂ ਦੁਸ਼ਮਣਾਂ ਨਾਲ ਲੜ ਕੇ ਉਹਨਾਂ ਨੂੰ ਡੇਗਦੇ ਹਾਂ, ਮਾਰਦੇ ਹਾਂ, ਜ਼ਖਮੀ ਕਰਦੇ ਹਾਂ। ਭਾਈ ਕਨ੍ਹਈਆ ਜੀ ਉਹਨਾਂ ਨੂੰ ਪਾਣੀ ਪਿਆ ਦਿੰਦੇ। ਤਾਂ ਗੁਰੂ ਸਾਹਿਬ ਨੇ ਗੱਲ ਨੂੰ ਵਿਚਾਰਿਆ ਤੇ ਮਲਮ ਦੀ ਡੱਬੀ ਵੀ ਦੇ ਦਿੱਤੀ ਭਾਈ ਕਨ੍ਹਈਆ ਨੂੰ। ਹੁਣ ਇਹ ਰੈੱਡ ਕਰਾਸ ਦਾ ਸ਼ੁਰੂਆਤ ਹੈ। ਪਰ ਸਾਡਾ ਜੋ ਅਸੀਂ ਇਤਿਹਾਸ, ਕਿਉਂਕਿ ਗੁਲਾਮ ਰਹੇ ਬੜੀ ਦੇਰ, ਅਸੀਂ ਇਤਿਹਾਸ ਇਹੀ ਪੜ੍ਹਦੇ ਹਾਂ ਕਿ 150 ਸਾਲ ਬਾਅਦ, ਉਦੋਂ 1701 ਤੋਂ ਬਾਅਦ 1850 ਦੇ ਕਰੀਬ, ਹੈਨਰੀ ਡਿਊਨਾ ਤੇ ਫਲੋਰੈਂਸ ਨਾਈਟਿੰਗੇਲ ਨੇ ਕ੍ਰੀਮੀਆ ਦੀ ਜੰਗ ਇਟਲੀ ਦੇ ਵਿੱਚ, ਉਸ ਜੰਗ ਦੇ ਵਿੱਚ ਜਾ ਕੇ ਜ਼ਖਮੀਆਂ ਦੀ ਸੇਵਾ ਕੀਤੀ ਤੇ ਰੈੱਡ ਕਰਾਸ ਉੱਥੋਂ ਸ਼ੁਰੂ ਹੋਈ। ਤਾਂ ਫਿਰ ਮਾਨਵਤਾ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਐਡੀ ਵੱਡੀ ਦੇਣ, ਉਸ ਨੂੰ ਅਸੀਂ ਪਿੱਛੇ ਪਾਇਆ ਹੋਇਆ ਕਿਉਂਕਿ ਅਸੀਂ ਅਗਿਆਨੀ ਹਾਂ, ਸਾਨੂੰ ਪਤਾ ਹੀ ਨਹੀਂ। ਹੋਲਾ ਮਹੱਲਾ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਜਿਹੜੀਆਂ ਪੇਂਡੂ ਖੇਡਾਂ ਸੀ, ਘੋੜਸਵਾਰੀ ਸੀ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਤਲਵਾਰਬਾਜ਼ੀ ਸੀ, ਨਿਸ਼ਾਨੇਬਾਜ਼ੀ ਸੀ, ਤੀਰਅੰਦਾਜ਼ੀ ਜਿਹਨੂੰ ਅਸੀਂ ਕਹਿੰਦੇ, ਔਰ ਦੰਗਲ ਸੀ, ਉਹ ਮਾਡਰਨ ਓਲੰਪਿਕਸ 1896 'ਚ ਕਿਹਾ ਜਾਂਦਾ ਲੀ ਕੋਬਰਟਨ ਨੇ ਸ਼ੁਰੂ ਕੀਤੀਆਂ। ਜਦੋਂ ਕਿ 1696 'ਚ 200 ਸਾਲ ਪਹਿਲਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ੁਰੂ ਕੀਤੀਆਂ। ਫਰਕ ਕੀ ਹੋਇਆ ਕਿ ਅੰਗਰੇਜ਼ਾਂ ਨੇ ਘੋੜਾਂ ਨੂੰ ਰੈਸਲਿੰਗ ਕਹਿ ਲਿਆ, ਉਹਨੂੰ ਸਾਰੀ ਦੁਨੀਆ ਨੂੰ ਸਮਝ ਆਈ। ਉਹਨਾਂ ਨੇ ਘੋੜਸਵਾਰੀ ਨੂੰ ਇਕੁਐਸਟਰੀਅਨ ਕਹਿ ਦਿੱਤਾ। ਇਕੁਐਸਟਰੀਅਨ ਕਹਿ ਕੇ, ਕਿਉਂਕਿ ਅਸੀਂ ਅੰਗਰੇਜ਼ੀ ਨੂੰ ਬੜਾ ਮੂੰਹ ਮਾਰਦੇ ਹਾਂ, ਤੇ ਸਾਨੂੰ ਇਹ ਲੱਗਿਆ ਵੀ ਹਾਂ ਇਹ ਤਾਂ ਬਈ ਮਾਡਰਨ ਓਲੰਪਿਕਸ 1896 ਨੂੰ ਸ਼ੁਰੂ ਹੋਈਆਂ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਇਹ ਜਿਹੜੀਆਂ ਦੇਣਾ ਸਨ ਮਾਨਵਤਾ ਨੂੰ ਯੂਨੀਵਰਸਲ ਲੈਵਲ 'ਤੇ, ਉਹਨਾਂ ਨੂੰ ਨਸ਼ਰ ਨਹੀਂ ਕਰ ਸਕੇ। ਖਾਲਸਾ ਪੰਥ ਦੀ ਸਾਜਣਾ ਹੀ ਲਓ। ਇਸ ਦੇ ਜਿਹੜੇ ਬੁਨਿਆਦੀ ਸਿਧਾਂਤ ਸੀ, ਮਨੁੱਖੀ ਆਜ਼ਾਦੀ, ਮਨੁੱਖੀ ਭਾਈਚਾਰਾ, ਮਨੁੱਖੀ ਬਰਾਬਰੀ, ਲਿਬਰਟੀ, ਇਕੁਐਲਿਟੀ, ਫਰੈਟਰਨਿਟੀ, ਇਹਦਾ ਅਸੀਂ ਕ੍ਰੈਡਿਟ ਫਰਾਂਸ ਦੀ ਕ੍ਰਾਂਤੀ ਨੂੰ ਦੇ ਰਹੇ ਹਾਂ 1799। ਜਦੋਂ ਕਿ ਖਾਲਸਾ ਪੰਥ ਦੀ ਸਾਜਣਾ ਕੀਤੀ ਗਈ, ਜਦੋਂ ਉਦੋਂ ਜਿਹੜਾ ਸਮਾਜ ਜਿਸ ਦੇ ਵਿੱਚੋਂ ਸਿੱਖ ਪੰਥ ਪੈਦਾ ਕੀਤਾ ਗਿਆ, ਉਸ ਨੂੰ ਸਬਕ ਗੁੜਤੀ ਇਹ ਮਿਲੀ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ ਦੀ। ਫਿਰ ਪਹਿਲਾ ਗੁਰਮਤਾ, ਚਮਕੌਰ ਦੀ ਗੜੀ ਦੇ ਵਿੱਚ ਆਪੇ ਗੁਰਚੇਲਾ ਦਾ ਸਿਧਾਂਤ, ਇੱਕ ਡੈਮੋਕ੍ਰੈਟਿਕ ਪੰਚਾਇਤੀ ਫੈਸਲਾ, ਡੈਮੋਕ੍ਰੈਟਿਕ ਲੋਕਤੰਤਰੀ, ਉਹ ਇਹ ਫੈਸਲਾ ਹੋਇਆ ਕਿ ਜੇ ਗੁਰੂ ਸਾਹਿਬ ਤੋਂ ਤੁਸੀਂ ਹੋ ਤਾਂ ਖਾਲਸਾ ਹੈ, ਜੇ ਤੁਸੀਂ ਹੀ ਇਸ ਜੰਗ ਦੇ ਸ਼ਹੀਦ ਹੋ ਗਏ ਤਾਂ ਖਾਲਸਾ ਵੀ ਨਹੀਂ ਰਹਿਣਾ। ਤਾਂ ਗੁਰੂ ਸਾਹਿਬ ਨੂੰ ਆਪਣੇ ਸਿੱਖਾਂ ਦਾ ਹੁਕਮ ਮੰਨਣਾ ਪਿਆ, ਪੰਚਾਇਤੀ ਫੈਸਲਾ ਮੰਨਣਾ ਪਿਆ। ਜਦੋਂ ਕਿ ਅਸੀਂ ਦਾ ਕ੍ਰੈਡਿਟ ਅੰਗਰੇਜ਼ਾਂ ਨੂੰ ਦਿੰਦੇ ਹਾਂ ਕਿ ਉਹਨਾਂ ਦੀ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵਿਲੀਅਮ ਪਿਟ ਦੀ ਯੰਗਰ ਪ੍ਰਾਈਮ ਮਿਨਿਸਟਰ ਸੀ, ਅਤੇ 1806 ਵਿੱਚ ਉਹਨਾਂ ਦੀ ਲੋਕ ਸਭਾ ਵਿੱਚ, ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਇਹ ਪਹਿਲਾ ਮਤਾ ਪਿਆ ਸੀ। ਪਰ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਕਿ 22 ਦਸੰਬਰ 1705 ਦੀ ਰਾਤ ਨੂੰ ਚਮਕੌਰ ਦੀ ਗੜੀ ਵਿੱਚ ਜੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਉਹ ਕੀ 101 ਸਾਲ
1806 ਤੋਂ ਜੀ 1705 101 ਸਾਲ ਪਹਿਲਾਂ ਆਉਂਦਾ ਹੈ। ਤਾਂ ਉਹ 101 ਸਾਲ ਪਿੱਛੋਂ ਹੋ ਕੇ ਵੀ ਜਦੋਂ ਮੈਂ ਕਿਤੇ ਐਮਏ ਹਿਸਟਰੀ ਕੀਤੀ ਜਾਂ ਤੁਸੀਂ ਹੁਣ ਕਰੋਗੇ ਜੀ ਤਾਂ ਉਦੋਂ ਤੁਸੀਂ ਦੇਖੋਗੇ ਕਿ ਤੁਸੀਂ ਅਜੇ ਤੱਕ ਵੀ ਬ੍ਰਿਟਿਸ਼ ਪਾਰਲੀਮੈਂਟ ਦੇ ਸੋਲੇ ਗਾਈ ਜਾਂਦੇ ਹੋ, ਫ੍ਰੈਂਚ ਰੈਵੋਲੂਸ਼ਨ ਦੇ ਸੋਲੇ ਗਾਈ ਜਾਂਦੇ ਹੋ। ਬਿਲਕੁਲ ਠੀਕ ਹੈ, ਉਹ ਵਰਲਡ ਫੇਮਸ ਇਵੈਂਟ ਸਨ, ਜੀ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਕਾਲ ਤੋਂ ਬਹੁਤ ਦੇਰ ਬਾਅਦ ਹੋਈਆਂ। ਤੇ ਇਹ ਮਾਨਵਤਾ ਦੀ ਦੇਣ ਹੈ ਜਿਸ ਬਾਰੇ ਅਸੀਂ ਨਹੀਂ ਜਾਣਦੇ ਬਹੁਤ। ਜੀ ਸਰ, ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਜਾਂ ਸਿੱਖਿਆਵਾਂ ਨੂੰ ਅਸੀਂ ਸਮਝ ਵੀ